ਸਤਿ ਸ਼੍ਰੀ ਅਕਾਲ ਸਰ ਨੂੰ ਮੈਂ ਅਰਸ਼ਪ੍ਰੀਤ ਕੌਰ। ਤਾਂ ਅੱਜ ਆਪਾਂ ਕਰਾਂਗੇ ਕਲਾਸ 12th ਦਾ ਸੈਕਿੰਡ ਚੈਪਟਰ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨਸ ਦੇ NCERT ਸੋਲੂਸ਼ਨਸ। ਠੀਕ ਹੈ, ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ sin ਇਨਵਰਸ -1/2। ਉਸ ਤੋਂ ਪਹਿਲਾਂ ਤੁਹਾਨੂੰ ਕੀ ਆ ਫਾਰਮੂਲੇਸ ਰਿਵਾਈਜ਼ ਕਰਨੇ ਪੈਣਗੇ। ਠੀਕ ਹੈ, ਇਹ ਟੇਬਲ ਯਾਦ ਕਰਨਾ ਪਊਗਾ ਜਿਹਦਾ ਮੈਂ ਤੁਹਾਨੂੰ ਲਿੰਕ ਦੇ ਦੂੰਗੀ ਡਿਸਕ੍ਰਿਪਸ਼ਨ ਦੇ ਵਿੱਚ। ਠੀਕ ਹੈ, ਤੇ ਆਹ ਤਿੰਨ ਫਾਰਮੂਲੇ ਤੁਹਾਨੂੰ ਯਾਦ ਕਰਨੇ ਪੈਣਗੇ। ਠੀਕ ਹੈ, ਸਭ ਤੋਂ ਪਹਿਲਾਂ ਜਿਵੇਂ ਹੈਗਾ ਆਪਣੇ ਕੋਲ ਸਾइन ਇਨਵਰਸ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਕਿ ਤੁਸੀਂ ਦੇਖੋ ਸਾइन ਇਨਵਰਸ ਬੇਸਿਕਲੀ ਜੇ ਦੇਖਿਆ ਜਾਵੇ 1/sin ਜੇ ਆਪਣੇ ਕੋਲ x ਹੈਗਾ, ਇਹਨੂੰ ਜੇ ਆਪਾਂ ਉੱਪਰ ਲੈ ਕੇ ਜਾਣਾ ਤਾਂ ਉਹ ਕੀ ਬਣ ਜਾਂਦਾ ਹੁੰਦਾ ਹੈ sin ਇਨਵਰਸ x ਬਣ ਜੂਗਾ। ਠੀਕ ਹੈ, ਜਿਵੇਂ ਕਿ ਆਪਣੇ ਕੋਲ ਫਸਟ ਸਮ ਹੈਗਾ sin ਇਨਵਰਸ -1/2। ਠੀਕ ਹੈ, ਹੁਣ ਜੇ ਦੇਖੋ ਆਪਣੇ ਕੋਲ ਜੇ ਮਾਈਨਸ ਦੇ ਵਿੱਚ ਵੈਲਿਊਜ਼ ਆਉਂਦੀਆਂ ਫਿਰ ਆਪਾਂ ਕੀ ਆ ਫਾਰਮੂਲਾਸ ਯੂਜ਼ ਕਰਾਂਗੇ, ਨਹੀਂ ਆਪਾਂ ਸਿੱਧਾ ਹੀ ਸਮ ਸੋਲਵ ਕਰ ਦਾਂਗੇ। ਠੀਕ ਹੈ, ਆਪਣੇ ਕੋਲ ਕੀ ਹੈ sin ਇਨਵਰਸ -1/2। ਹੁਣ ਤੁਸੀਂ ਦੇਖੋ ਫਾਰਮੂਲੇ ਦੇ ਅਕੋਰਡਿੰਗ ਆਪਾਂ ਕੀ ਕਰਾਂਗੇ, ਮਾਈਨਸ ਦੇ ਸਾਈਨ ਨੂੰ ਅੱਗੇ ਲਿਆਵਾਂਗੇ। ਠੀਕ ਹੈ, ਜਿਵੇਂ ਕਿ ਮਾਈਨਸ ਸਾइन, ਠੀਕ ਹੈ, ਇਨਵਰਸ ਦੈਨ ਸਾइन। ਹੁਣ ਤੁਸੀਂ ਦੇਖੋ ਸਾइन ਦੀ ਵੈਲਿਊ ਹੈ ਜਿਹੜੀ 1/2 ਕਿੱਥੇ ਹੁੰਦੀ ਹੈ, ਸਾइन ਦੀ ਵੈਲਿਊ 1/2 ਹੁੰਦੀ ਹੈ ਆਪਣੇ ਕੋਲ 30 ਦੇ ਉੱਪਰ। ਠੀਕ ਹੈ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/6। ਜਿਵੇਂ ਮੰਨ ਲਓ ਆਪਣੇ ਕੋਲ π/6 ਹੈ। ਠੀਕ ਹੈ, ਹੁਣ ਜੇ ਮੰਨ ਲਓ ਜਿਹੜਾ ਆਪਣਾ ਪਾਈ ਹੁੰਦਾ ਉਹ ਕਾਹਦੇ ਇਕੁਅਲ ਟੂ ਹੁੰਦਾ 180 ਦੇ ਅਪੋਨ ਦੇ ਵਿੱਚ ਕੀ ਆ ਜਾਊਗਾ 6 ਆ ਜਾਊਗਾ। ਇਹਨੂੰ ਕੱਟ ਕਰੋਗੇ ਤਾਂ ਆਪਣੇ ਕੋਲ 30 ਹੀ ਬਣੂਗਾ। ਇਸ ਕਰਕੇ ਆਪਾਂ ਕੀ ਲਿਖਾਂਗੇ π/6 ਲਿਖਾਂਗੇ। ਇਹ ਜਿਹੜੇ ਆਪਣੀਆਂ ਪ੍ਰਿੰਸੀਪਲ ਵੈਲਿਊਜ਼ ਆਪਾਂ ਫਾਈਂਡ ਕਰਨੀਆਂ ਹੁੰਦੀਆਂ। ਠੀਕ ਹੈ, ਇਹਦਾ ਕੁਐਸਚਨ ਹੈਗਾ ਫਾਈਂਡ ਦਾ ਪ੍ਰਿੰਸੀਪਲ ਵੈਲਿਊਜ਼। ਜਿਹੜੀਆਂ ਇਹ ਆਪਾਂ ਪ੍ਰਿੰਸੀਪਲ ਵੈਲਿਊਜ਼ ਹੁੰਦੀਆਂ ਇਹ ਆਪਾਂ ਰੇਡੀਅਨ ਦੇ ਵਿੱਚ ਕੱਢਣੀਆਂ, यानी कि ਆਪਾਂ ਕੀ ਕੱਢਣੀਆਂ ਹੁੰਦੀਆਂ ਪਾਈ ਦੇ ਵਿੱਚ ਕੱਢਣੀਆਂ ਹੁੰਦੀਆਂ। ਠੀਕ ਹੈ, ਤਾਂ ਆਪਣਾ ਆਨਸਰ ਕੀ ਆ ਜਾਊਗਾ π/6। ठीक है, साइन का साइन क्या हो गया कैंसिल हो गया था, -π/6 अपना आंसर आ जाएगा। देन हैगा अपने को सेकंड सम अपन की कहंदा cos इनवर्स √3/2। ਹੁਣ ਤੁਸੀਂ ਦੇਖੋ ਜਿਹੜਾ ਆਪਣਾ cos ਕੀ ਪੋਜ਼ਿਟਿਵ ਹੈ, ਇਸ ਕਰਕੇ ਆਪਾਂ ਆ ਵੈਲਿਊਜ਼ ਨਹੀਂ ਲਵਾਂਗੇ। ਆਪਾਂ ਕੀ ਕਰਾਂਗੇ ਸਿੱਧਾ ਹੀ ਲਿਖ ਦਾਂਗੇ cos ਇਨਵਰਸ cos। ਹੁਣ ਤੁਸੀਂ ਦੇਖੋ cos ਦੀ ਵੈਲਿਊ √3/2 ਕਿੱਥੇ ਆਉਂਦੀ ਹੈ, cos ਦੀ ਵੈਲਿਊ √3/2 ਆਉਂਦੀ ਹੈ ਆਪਣੇ ਕੋਲ 30 ਦੇ ਉੱਪਰ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/6 लिख सकते हैं। cos ना cos क्या हो गया कैंसिल हो गया, आंसर कितना आ गया अपने को π/6 आ गया। ठीक है, थर्ड सम की है cosecant इनवर्स 2। ठीक है, ਹੁਣ ਤੁਸੀਂ ਦੇਖੋ ਐਂਗਲ ਕੀ ਆਪਣਾ ਪੋਜ਼ਿਟਿਵ ਹੈ, ਇਸ ਕਰਕੇ ਆਪਾਂ ਇਹਨਾਂ ਦੇ ਵਿੱਚੋਂ ਯੂਜ਼ ਨਹੀਂ ਕਰਾਂਗੇ। ਠੀਕ ਹੈ, ਹੁਣ ਤੁਸੀਂ ਦੇਖੋ cosecant ਜਿਹੜਾ ਹੁੰਦਾ ਉਹ ਕਾਹਦਾ ਉਲਟ ਹੁੰਦਾ ਸਾਈਨ ਦਾ। ਇਹ ਕਿਵੇਂ ਤੁਸੀਂ ਯਾਦ ਕਰਨਾ, ਜਿਵੇਂ ਕਿ ਆਪਣੇ ਕੋਲ ਕੀ ਹੁੰਦਾ ਸਾਈਨ ਜਿਹੜਾ ਹੁੰਦਾ ਹੈ ਉਹ cosecant ਦਾ ਉਲਟ ਹੁੰਦਾ ਹੈ। ਠੀਕ ਹੈ, s ਹੈ ਤਾਂ c ਹੋਊਗਾ, ਤੇ ਜੇ ਆਪਣੇ ਕੋਲ c यानी कि cos है तो s होगा यानी कि secant होगा। ठीक है, तो अपने को रहेगा cosecant यानी कि sin ਦਾ ਉਲਟ ਹੋਊਗਾ। ਹੁਣ ਤੁਸੀਂ ਦੇਖੋ ਜੇ ਆਪਾਂ ਇਹਨੂੰ ਉਲਟਾ ਰਹੇ ਤਾਂ ਇਹਨੂੰ ਵੀ ਉਲਟਾਵਾਂਗੇ, यानी कि ਜਿਹੜਾ ਆਪਣਾ 2 ਹੈ ਉਹ ਕੀ ਬਣ ਜਾਊਗਾ 1/2 ਬਣ ਜਾਊਗਾ ਤੇ sin ਆ ਜਾਊਗਾ। ठीक है, ਹੁਣ ਤੁਸੀਂ ਦੇਖੋ ਇਹਨੂੰ ਆਪਾਂ ਐਜ਼ ਇਟ ਇਜ਼ ਲਿਖਾਂਗੇ यानी कि cosecant ਇਨਵਰਸ। ਹੁਣ ਤੁਸੀਂ ਦੇਖੋ ਜਿਹੜੀ ਆਪਣੀ 1/2 ਹੈ, sin ਦੀ ਵੈਲਿਊ 1/2 ਕਿੱਥੇ ਹੁੰਦੀ ਹੈ, sin ਦੀ ਵੈਲਿਊ 1/2 ਜਿਹੜੀ ਹੁੰਦੀ ਹੈ ਆਪਣੇ ਕੋਲ ਹੁੰਦੀ ਹੈ 30 ਦੇ ਉੱਪਰ, यानी कि π/6। यानी कि ਆਪਾਂ ਲਿਖ ਲਾਂਗੇ cosecant π/6। ठीक है, cosecant ना cosecant ਕੀ ਹੋ ਗਿਆ कैंसिल हो गया, आंसर ਆਪਣੇ ਕੋਲ ਆ ਗਿਆ π/6 आ गया। ठीक है, नेक्स्ट है जी अपने कोल फोर्थ सम। फोर्थ सम अपने कोल की है tan इनवर्स -√3 है। ठीक है, हम तुसी देखो tan की वैल्यू की है माइनस है, यानी कि जे अपने कोल tan माइनस है तो आंसर दे विच की आ जाऊगा अपने कोल माइनस का साइन मूरे आ जाएगा, यानी कि आप लिख लांगे माइनस tan इनवर्स ते अंदर tan आ जाऊगा। हम तुसी देखो tan की वैल्यू √3 कितने होंदी है, tan की वैल्यू √3 अपने कोल होंदी है 60 के ऊपर, जिन्हों आप लिख सकते हैं π/3 लिख सकते हैं, तो लिखांगे आप π/3। ठीक है, tan ना tan क्या हो गया कैंसिल हो गया, आंसर दे विच अपने कोल क्या आ गया -π/3 आ गया। ठीक है, ਹੁਣ ਜੇ ਤੁਸੀਂ ਇਹ ਮਾਈਨਸ ਨਹੀਂ ਲਾਓਗੇ ਤਾਂ ਤੁਹਾਡਾ ਇੱਕ ਨੰਬਰ ਕੀ ਰਿਡਿਊਸ ਹੋ ਜਾਊਗਾ। ਦੈਨ ਆਪਾਂ ਕਰਾਂਗੇ ਦਾ ਫਿਫਥ ਸਮ ਦੇ ਵਿੱਚ ਕੀ ਆਪਣੇ ਕੋਲ cos ਇਨਵਰਸ -1/2 ਹੈ। ਠੀਕ ਹੈ, ਹੁਣ ਤੁਸੀਂ ਦੇਖੋ ਐਂਗਲ ਕੀ ਆਪਣਾ ਨੈਗੇਟਿਵ ਹੈ, ਫਾਰਮੂਲਾਸ ਦੇ ਅਕੋਰਡਿੰਗ ਜੇ ਆਪਣਾ ਐਂਗਲ ਕੀ ਨੈਗੇਟਿਵ ਹੈ ਤਾਂ ਆਪਾਂ ਲਿਖਾਂਗੇ π cos ਇਨਵਰਸ x ਲਿਖਾਂਗੇ। ਠੀਕ ਹੈ, ਤਾਂ ਆਪਾਂ ਲਿਖਾਂਗੇ π cos इनवर्स x यानी कि cos लिखांगे। दैन तुसी देखो cos दी वैल्यू 1/2 कितनी होंदी है, cos दी वैल्यू 1/2
60 ਦੇ ਉੱਪਰ, ਜਿਹਨੂੰ ਆਪਾਂ ਕੀ ਕਹਿੰਦੇ ਆ π/3 ਲਿਖ ਸਕਦੇ ਹਾਂ। ठीक है, तो cos ਨਾਲ cos ਕੀ ਹੋ ਗਿਆ, कैंसिल हो गया, आंसर आ गया π-π/3। ਹੁਣ ਆਪਾਂ ਇਹਦਾ ਐਲਸੀਐਮ ਲੈ ਲੈਂਦੇ ਆ 3, ਇਹਨੂੰ ਇੱਧਰ ਮਲਟੀਪਲਾਈ ਕਰਿਆ 3 ਇਹਨੂੰ ਇੱਧਰ ਕਰਿਆ π, प्लस माइनस माइनस से साइन ਵੱਡੇ ਦਾ यानी कि 2π/3 ਆਪਣੇ ਕੋਲ ਆਨਸਰ ਆ ਗਿਆ। ठीक है, ਦੈਨ ਆਪਾਂ ਕਰਦੇ ਹਾਂ ਦਾ 6 ਸਮ। 6 ਸਮ ਦੇ ਵਿੱਚ ਆਪਣੇ ਕੋਲ ਕੀ ਹੈ tan ਇਨਵਰਸ -1। ਹੁਣ ਤੁਸੀਂ ਦੇਖੋ tan ਕੀ ਆਪਣਾ ਨੈਗੇਟਿਵ ਹੈ, यानी कि ये ਜਿਹੜਾ ਸਾਈਨ ਹੈ ਉਹ ਕੀ ਆ ਜਾਊਗਾ, ਮੂਰੇ ਆ ਜਾਊਗਾ, यानी कि tan ਇਨਵਰਸ tan। ਹੁਣ ਤੁਸੀਂ ਦੇਖੋ tan ਦੀ ਵੈਲਿਊ 1 ਕਿੱਥੇ ਹੁੰਦੀ ਹੈ ਆਪਣੇ ਕੋਲ, tan ਦੀ ਵੈਲਿਊ 1 ਹੁੰਦੀ ਹੈ ਆਪਣੇ ਕੋਲ 45 ਦੇ ਉੱਪਰ, यानी कि π/4 ਲਿਖ ਲਾਂਗੇ ਆਪਾਂ। ठीक है, tan ਨਾਲ tan ਕੀ ਹੋ ਗਿਆ, कैंसिल हो गया, आंसर अपने को ਕੀ ਆ ਗਿਆ ਮਾਈਨਸ ਦੇ ਵਿੱਚ ਤੇ π/4। ठीक है, 7 ਸਮ ਦੇ ਵਿੱਚ ਕੀ ਕਿਹਾ ਗਿਆ, secant ਇਨਵਰਸ 2/√3। ठीक है, ਹੁਣ ਤੁਸੀਂ ਦੇਖੋ secant ਕੀ ਹੈ ਪਲੱਸ ਦਾ, यानी कि ਆਪਾਂ ਇਹਨਾਂ ਦੇ ਵਿੱਚ ਫਾਰਮੂਲੇ ਨਹੀਂ ਲਵਾਂਗੇ। ठीक है, ਤਾਂ ਆਪਾਂ ਲਿਖਾਂਗੇ secant ਇਨਵਰਸ। ਹੁਣ ਤੁਸੀਂ ਦੇਖੋ secant ਕਿਹਦਾ ਉਲਟ ਹੁੰਦਾ ਹੈ, cos ਦਾ, यानी कि आप वैल्यू भी देख सकते, cos ਦੇ ਵਿੱਚ ਵੀ ਦੇਖ ਸਕਦੇ ਹਾਂ। ਜੇ ਆਪਾਂ cos ਨੂੰ ਉਲਟਾਵਾਂਗੇ ਤਾਂ ਆਪਾਂ ਨੂੰ ਇਹ ਵੈਲਿਊ ਵੀ ਕੀ ਪਊਗੀ, ਉਲਟਾਉਣੀ ਪਊਗੀ, यानी कि √3/2 ਬਣ ਜਾਊਗਾ। ਜਿਹੜਾ ਡਿਵਾਈਡ ਸੀਗਾ ਉਹ ਮਲਟੀਪਲਾਈ ਚਲਾ ਗਿਆ ਤੇ ਜਿਹੜਾ ਮਲਟੀਪਲਾਈ ਦੇ ਵਿੱਚ ਉਹ ਡਿਵਾਈਡ ਚਲਾ ਗਿਆ। ठीक है, ਇਹ ਵੈਲਿਊ ਕਾਦੀ ਹੋਊਗੀ, cos ਦੀ ਹੈ। ठीक है, ਹੁਣ ਇਹਨੂੰ ਆਪਾਂ ਸੋਲਵ ਕਰਾਂਗੇ, यानी कि ਹੁਣ ਤੁਸੀਂ ਦੇਖੋ √3/2 ਕਿੱਥੇ ਹੁੰਦੀ ਹੈ, cos ਦੀ ਵੈਲਿਊ √3/2 ਆਉਂਦੀ ਹੈ ਆਪਣੇ ਕੋਲ 30 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/6 लिख सकते हैं, यानी कि आप लिखांगे secant π/6। ठीक है, secant का secant की हो गया, कैंसिल हो गया, आंसर कितना आ गया π/6 आ गया। नेक्स्ट है जी अपने को 8 सम। 8 सम अपन की कहता cosecant इनवर्स -√2। ठीक है, ਹੁਣ ਤੁਸੀਂ ਦੇਖੋ cosecant ਕਿਹਦਾ ਉਲਟ ਹੁੰਦਾ ਹੈ, ਸਾਈਨ ਦਾ। ਸਾਈਨ ਦੇ ਵਿੱਚ ਆਪਾਂ ਕੀ ਕਰ ਦਿੰਦੇ ਹਾਂ, ਮਾਈਨਸ ਲੈਣੇ ਹੁੰਦੇ ਆ ਮੂਰੇ, यानी कि ਆਪਾਂ ਕੀ ਲਿਖ ਸਕਦੇ ਹਾਂ -cosecant ਇਨਵਰਸ ਦੈਨ cosecant। ਹੁਣ ਤੁਸੀਂ ਦੇਖੋ ਜੇ ਆਪਾਂ ਇਹਨੂੰ ਕੀ ਹੈ ਸਾਈਨ ਦੇ ਵਿੱਚ ਬਦਲਦੇ ਆ ਤਾਂ ਇਹ ਵੀ ਕੀ ਹੋ ਜਾਊਗਾ, ਸਾਈਨ ਦੇ ਵਿੱਚ ਚੇਂਜ ਹੋ ਜਾਊਗਾ, यानी कि ਇਹ ਕੀ ਬਣ ਜਾਊਗਾ 1/√2 ਬਣ ਜਾਊਗਾ ਮਾਈਨਸ ਦਾ, क्योंकि देखो ਇਹਦੇ ਨੀਚੇ ਕੀ ਲਾ ਦਾਂਗੇ ਆਪਾਂ 1 ਲਾ ਦਾਂਗੇ, ਇਹ ਜਦੋਂ ਉੱਪਰ ਚਲਾ ਗਿਆ ਤੇ ਇਹ ਨੀਚੇ ਆ ਗਿਆ ਤਾਂ ਆਪਣਾ ਕੀ ਬਣ ਜਾਊਗਾ 1/2 ਬਣ ਜਾਊਗਾ √2। ठीक है, ਹੁਣ ਤੁਸੀਂ ਦੇਖੋ ਸਾਈਨ ਦੀ ਵੈਲਿਊ 1/√2 ਆਉਂਦੀ ਹੈ ਆਪਣੇ ਕੋਲ 45 ਦੇ ਉੱਤੇ, ਜਿਹਨੂੰ ਕੀ ਆਪਾਂ ਲਿਖ ਸਕਦੇ ਆ π/4 ਲਿਖ ਸਕਦੇ ਆ। cosecant ਨਾਲ cosecant ਕੀ ਹੋ ਗਿਆ, ਕੈਂਸਲ ਹੋ ਗਿਆ, आंसर ਦੇ ਵਿੱਚ ਆਪਣੇ ਕੋਲ ਕੀ ਆ ਗਿਆ -π/4 ਆ ਗਿਆ। ठीक है, नेक्स्ट है अपने को 9 सम। 9 सम की कहता है cot इनवर्स √3। ਹੁਣ ਤੁਸੀਂ ਦੇਖੋ ਨੈਗੇਟਿਵ ਨਹੀਂ ਹੈਗਾ, ਇਸ ਕਰਕੇ ਆਪਾਂ ਇਹ ਫਾਰਮੂਲਾਜ਼ ਦੇ ਵਿੱਚੋਂ ਨਹੀਂ ਲਿਖਾਂਗੇ, ਆਪਾਂ ਸਿੰਪਲ ਹੀ ਲਿਖਾਂਗੇ cot। ठीक है, इनवर्स ਤੇ cot। ਹੁਣ ਤੁਸੀਂ ਦੇਖੋ cot ਦੀ ਵੈਲਿਊ √3 ਆਪਣੇ ਕੋਲ ਆਉਂਦੀ ਹੈਗੀ 30 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/6 ਲਿਖ ਸਕਦੇ ਹਾਂ। ਤਾਂ ਆਪਣਾ cot ਨਾਲ cot ਕੀ ਹੋ ਗਿਆ, कैंसिल हो गया, आंसर ਦੇ ਵਿੱਚ ਆਪਣੇ ਕੋਲ ਸਿਰਫ ਕੀ ਰਹਿ ਗਿਆ π/6 ਰਹਿ ਗਿਆ। ठीक है, नेक्स्ट है जी अपने को 10th सम। 10th सम ਦੇ ਵਿੱਚ ਆਪਣੇ ਕੋਲ ਕੀ ਹੈ cos ਇਨਵਰਸ -1/√2। ठीक है, ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ cos ਦੀ ਵੈਲਿਊ ਨੈਗੇਟਿਵ ਹੈ, ਤਾਂ ਜੇ cos ਦੀ ਵੈਲਿਊ ਨੈਗੇਟਿਵ ਹੋਵੇ ਆਪਾਂ ਕੀ ਲਵਾਂਗੇ π - cos ਇਨਵਰਸ x, यानी कि ਆਪਣੇ ਕੋਲ ਹੈਗਾ cos। ਹੁਣ ਤੁਸੀਂ ਦੇਖੋ cos ਦੀ ਵੈਲਿਊ 1/√2 ਹੈ ਜਿਹੜੀ ਉਹ ਆਪਣੇ ਕੋਲ ਹੁੰਦੀ ਹੈ 45 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/4 ਲਿਖ ਸਕਦੇ ਹਾਂ। cos ਨਾਲ cos ਕੀ ਹੋ ਗਿਆ, कैंसिल हो गया। ठीक है, आंसर ਵਿੱਚ ਆਪਣੇ ਕੋਲ ਆ ਗਿਆ π - π/4 ਆ ਗਿਆ। ठीक है, ਇਹਨਾਂ ਦਾ ਐਲਸੀਐਮ ਲੈ ਲੈਂਦੇ ਹਾਂ, ਐਲਸੀਐਮ ਆਪਣੇ ਕੋਲ 4 ਆ ਗਿਆ, ਇਹਨੂੰ ਇੱਧਰ ਮਲਟੀਪਲਾਈ ਕਰਾਂਗੇ 4π, ਇਹਨੂੰ ਇੱਧਰ ਕਰਾਂਗੇ π ਆ ਜਾਊਗਾ, ਆਂਸਰ ਆਪਣੇ ਕੋਲ ਆ ਜਾਊ 3π/4 प्लस माइनस माइनस से साइन ਵੱਡੇ ਦਾ। नेक्स्ट है जी अपने को 11 सम। 11 सम की कहता है tan इनवर्स 1 है अपने को प्लस cos इनवर्स -1/2 है प्लस sin इनवर्स -1/2 है। ठीक है, ਹੁਣ ਤੁਸੀਂ ਦੇਖੋ tan ਦਾ ਇੱਧਰ ਕੀ ਆਪਣੇ ਕੋਲ ਪੋਜ਼ਿਟਿਵ ਹੈ, ਯਾਨੀ ਕਿ ਆਪਾਂ ਇਹਨਾਂ ਦੇ ਵਿੱਚ ਵੈਲਿਊ ਨਹੀਂ ਲਵਾਂਗੇ, ਆਪਾਂ ਕੀ ਲਿਖਾਂਗੇ tan ਇਨਵਰਸ tan। ਹੁਣ ਤੁਸੀਂ ਦੇਖੋ tan ਦੀ ਵੈਲਿਊ 1 ਕਿੱਥੇ ਆਉਂਦੀ ਹੈ, tan ਦੀ ਵੈਲਿਊ 1 ਆਉਂਦੀ ਹੈ ਆਪਣੇ ਕੋਲ 45 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/4 लिख सकते हैं। tan का tan क्या हो गया, कैंसिल हो गया। ठीक है, दैन तुम देखो कि यह प्लस है तो प्लस लगा लेंगे। ठीक है, फिर है अपने को cos इनवर्स -1/2 है। ठीक है, एंगल के नेगेटिव है इस करके आप लिखांगे π - cos इनवर्स cos। ठीक है, ਹੁਣ ਤੁਸੀਂ ਦੇਖੋ cos ਦੀ ਵੈਲਿਊ 1/2 ਕਿੱਥੇ ਹੁੰਦੀ ਹੈ, cos ਦੀ ਵੈਲਿਊ 1/2 ਆਉਂਦੀ ਹੈ ਆਪਣੇ ਕੋਲ 60 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/3 लिख सकते हैं। cos ना cos क्या हो गया, कैंसिल हो गया, आंसर अपने को आ गया π
पाई/3 आ गया। ठीक है, साइन इनवर्स -1/2। ਹੁਣ ਤੁਸੀਂ ਦੇਖੋ एंगल की नेगेटिव है तो फॉर्मूलेज के अकॉर्डिंग अपने को आंसर ਦੇ ਵਿੱਚ ਕੀ ਆਊਗਾ माइनस साइन इनवर्स ਜਿਵੇਂ ਕਿ ਇੱਥੇ ਦਿੱਤਾ ਹੋਇਆ ਹੈ। ਠੀਕ है, साइन की वैल्यू 1/2 ਕਿੱਥੇ ਹੁੰਦੀ ਹੈ? साइन की वैल्यू 1/2 ਹੁੰਦੀ ਹੈ ਆਪਣੇ ਕੋਲ 30 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ π/6 ਲਿਖ ਸਕਦੇ ਹਾਂ। ਤਾਂ साइन π/6। ठीक है, ਹੁਣ ਤੁਸੀਂ ਜਿਹੜਾ ਮੰਨ ਲਓ ਇੱਥੇ ਨੈਗੇਟਿਵ ਸਾਈਨ ਹੈ, ਠੀਕ ਹੈ, ਉਹ ਤੁਸੀਂ ਇੱਥੇ ਨਹੀਂ ਲਗਾਓਗੇ ਕਿਉਂਕਿ ਆਪਾਂ ਉਹ ਸਾਈਨ ਕੇ ਅੱਗੇ ਸ਼ਿਫਟ ਕਰ ਰਹੇ ਹਾਂ। ਠੀਕ ਹੈ, ਤਾਂ ਸਾਈਨ ਨਾਲ ਸਾਈਨ ਕੀ ਹੋ ਗਿਆ? ਕੈਂਸਲ ਹੋ ਗਿਆ। ਹੁਣ ਤੁਸੀਂ ਦੇਖੋ ਆਨਸਰ ਦੇ ਵਿੱਚ ਆਪਣੇ ਕੋਲ ਕੀ ਬਚਿਆ? ਇੱਕ ਹੈਗਾ π/4, ਦੈਨ ਆਪਣੇ ਕੋਲ ਹੈਗਾ ਪਲੱਸ ਪਾਈ ਮਾਈਨਸ π/3 ਹੈ, ਦੈਨ ਲਾਸਟ ਤੇ ਹੈਗਾ ਮਾਈਨਸ π/6। ਠੀਕ ਹੈ, ਸਭ ਤੋਂ ਪਹਿਲਾਂ ਇਹਨਾਂ ਦਾ ਐਲਸੀਐਮ ਲੈ ਲਾਂਗੇ, ਦੈਨ ਇਹਨਾਂ ਦੋਨਾਂ ਦਾ। ਇਹਦਾ ਐਲਸੀਐਮ ਲੈਣੇ ਆ ਤਾਂ 4 ਆ ਗਿਆ, ਇਹਨੂੰ ਇੱਧਰ ਮਲਟੀਪਲਾਈ ਕਰਿਆ 4π, ਇਹਨੂੰ ਇੱਧਰ ਕੀਤਾ ਪਾਈ ਆ ਗਿਆ। ਠੀਕ ਹੈ, ਤੇ ਮਾਈਨਸ ਆ ਜਾਊਗਾ 18 ਆ ਗਿਆ, ਇਹਨੂੰ ਇੱਧਰ ਮਲਟੀਪਲਾਈ ਕੀਤਾ, ਇਹਨੂੰ ਇੱਧਰ ਮਲਟੀਪਲਾਈ ਕੀਤਾ 6π, ਇਹਨੂੰ ਇੱਧਰ ਕੀਤਾ 3π ਆ ਗਿਆ। ਠੀਕ ਹੈ, ਇਹਨੂੰ ਪਲੱਸ ਕੀਤਾ ਆਪਾਂ 5π/4 ਆ ਗਿਆ। ਇੱਥੇ ਆਪਾਂ ਪਲੱਸ ਲਾ ਲਾਂਗੇ, ਮਾਈਨਸ ਮਾਈਨਸ ਆਪਣੇ ਕੋਲ ਕੀ ਹੋ ਗਿਆ? ਪਲੱਸ ਹੋ ਗਏ। ठीक है, तो माइनस का साइन आ गया एंड 9π/18 आ गया। ठीक है, देन तुम देखो 5π/4 आ गया माइनस 9π/18। ठीक है, इन्हों कैंसल करांगे तो इतने आ जाएगा 2। हुण आपां इन्हां दा एलसीएम लैना, ये अपना एलसीएम आ गया 8, इन्हों इधर मल्टीप्लाई करांगे तो 10π ते माइनस हो जाऊगा 4π। इतने रह गया अपने को 6π/8 एंड देन 3 एंड 4। तो आंसर अपने को आ गया 3π/4। नैक्सट है अपने को पहला सम, वो अपन की कहना है cos इनवर्स 1/2 प्लस 2 sin इनवर्स 1/2। ਹੁਣ ਤੁਸੀਂ देखो दोनों एंगल की पॉजिटिव है, इस करके ਆਪਾਂ ਇਹਨਾਂ ਦੇ ਵਿੱਚੋਂ नहीं ਲਵਾਂਗੇ। ठीक है, cos ਨੂੰ ਆਪਾਂ एज इट इज लिख ਦਾਂਗੇ cos इनवर्स, देन अंदर अपने को आ गया cos। ਹੁਣ ਤੁਸੀਂ देखो cos ਦੀ वैल्यू 1/2 ਕਿੱਥੇ ਆਉਂਦੀ ਹੈ? 60 ਦੇ ਉੱਤੇ, ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ? π/3 लिख सकते हैं। cos का cos क्या हो गया? कैंसिल हो गया। ठीक है, तो π/3 रह गया। ठीक है, देन हैगा 2 एज इट इज। ठीक है, साइन नेगेटिव नहीं हैगा, इस करके अपन ये यूज नहीं करेंगे। ठीक है, तो साइन इनवर्स एज इट इज आ जाएगा, अंदर आ जाएगा साइन। हम साइन की वैल्यू 1/2 अपने को होंगी है 30 ਦੇ ਉੱਤੇ, ਜਿਹਨੂੰ ਆਪਾਂ लिख सकते हैं π/6। ठीक है, साइन का साइन हो गया कैंसिल हो गया, तो इतने अपने को रह गया 2π/6। ठीक है, देन आप एलसीएम ला लेंगे 18, 6π प्लस 3 2 6π, 12 आ गया एंड 18। आंसर अपने को आ गया 2π/3। 13th सम अपन नैक्सट वीडियो के विच करांगे। ठीक है, तो नैक्सट आता अपने को 14 tan इनवर्स √3 माइनस सीकेंड इनवर्स -2। ठीक है, हुण तुसीं देखो tan की अपना पॉजिटिव है, यानी कि आपां की लिख सकते हैं tan इनवर्स tan। हुण तुसीं देखो √3 है जिहड़ा tan की वैल्यू अपने को आउंदी हैगी 60 के उत्ते, जिहनूं आपां की लिख सकते हैं π/3 लिख सकते हैं। तो tan ना tan की हो गया? कैंसिल हो गया। ठीक है, देन की आउंदा इत्थे माइनस, यानी कि माइनस ला लांगे। ठीक है, हुण तुसीं देखो सीकेंड -2 है। हुण तुसीं देखो जे अपने कोल सीकेंड है वो अपने कोल कादे इक्वल्स टू हुंदा है? पाई माइनस सीकेंड दे इक्वल्स टू हुंदा है, यानी कि जिहड़ा सीकेंड हुंदा है वो कादे इक्वल्स टू हुंदा है? 1/cos दे भी इक्वल्स टू हुंदा है। तां करके आपां इहनूं cos दी वैल्यू भी लै सकते हैं, यानी कि हुण तुसीं देखो जे आपां लईए cos दे विच, cos दे विच इहदी वैल्यू की आ जूगी? उलट जूगी, यानी कि 1/2 हो जूगी। ठीक है, जे आपां cos दे विच लैणे। हुण तुसीं देखो cos दे विच 1/2 वैल्यू आउंदी है अपने कोल 60 दे उत्ते, यानी कि π/3 आउंदी है। आपां लिख लांगे पाई माइनस सीकेंड इनवर्स सीकेंड, देन अपने कोल आंसर आपां कढिया सीगा π/3। ठीक है, वैल्यू क्योंकि cos की वैल्यू 1/2 आती सी π/3 दे उत्ते, तो सीकेंड का सीकेंड कैंसिल हो गया, अपने कोल की रह गया π/3 रह गया, माइनस पाई रह गया ते माइनस π/3 रह गया। ठीक है, आप इन्हां दोनों का एलसीएम लवांगे तो π/3 नूं एज इट इज रख लांगे, माइनस हो जाऊगा, इधर अपने को आ जाऊगा 3, इनू इधर मल्टीप्लाई करांगे 3π, इनू इधर करांगे माइनस पाई आ जाऊगा। देन आप की करांगे इनू माइनस करांगे, इनू माइनस किया 2π आ गया, अपॉन दे विच
सॉल्व कर लेंगे। आंसर के विच अपने को एलसीएम की आ गया, अपने को 3 आ गया। उपरलियां वैल्यूज को एज इट इज लिख लेंगे। दैन तुसीं देखो प्लस माइनस माइनस होगा साइन बटे का, यानी कि π/3 अपने को आंसर आ गया। ये अपना सीगा लास्ट क्वेश्चन। हुण मिलते हैं अपन नैक्सट वीडियो दे विच। थैंक्स फॉर वॉचिंग।